आप देख रहे हैं नवोदय टाइम्स पंजाब केसरी टीवी। पंजाब में नगर निकाय के चुनाव के बाद अब शिरोमणि अकाली दल दिल्ली में बैठक कर रहा है, क्योंकि आने वाले दिनों में दिल्ली सिख गुरुद्वारा मैनेजमेंट कमेटी के चुनाव है और साथ ही साथ जिस तरीके से किसानी आंदोलन दिल्ली के बॉर्डर पर लगातार चल रहा है, उसको किस तरीके से बढ़ाया जाए या किस तरीके से उसको सुलझाया जाए। हमारे साथ अकाली दल के नेता प्रेम सिंह चंदू माजरा जी, नगर निकाय के चुनाव के बाद अब दिल्ली सिख गुरुद्वारा मैनेजमेंट कमेटी को लेकर क्या बैठक दिल्ली में कब से की जा रही है? देखो, दिल्ली सिख गुरुद्वारा मैनेजमेंट कमेटी ਦੀਆਂ ਚੋਣਾਂ ਜਲਦੀ ਆ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੇ ਹੀ ਇਸ ਚੋਣ ਲਈ ਤਿਆਰ ਆ ਔਰ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਦਿੱਲੀ ਦੇ ਸਿੱਖ ਗੁਰਦੁਆਰਾ ਪ੍ਰਬੰਧ ਦੇ ਵਿੱਚ ਭੂਮਿਕਾ ਨਿਭਾ ਰਿਹਾ ਪਹਿਲਾਂ ਤੋਂ ਹੀ, ਸੋ ਆਉਣ ਵਾਲੇ ਸਮੇਂ ਵਿੱਚ ਵੀ ਨਿਭਾਏਗਾ ਤੇ ਉਹਦੀ ਅਗਵਾਈ ਜਿਹੜੀ ਆ ਸੁਚੱਜੇ ਰੂਪ ਵਿੱਚ ਕੀਤੀ ਜਾਵੇ ਔਰ ਸਿੱਖ ਸਮਾਜ ਜਿਹੜਾ ਹੈ ਜਾਂ ਗੁਰਦੁਆਰਾ ਪ੍ਰਬੰਧ ਦੇ ਵਿੱਚ ਮੇਲ ਰੱਖਣ ਵਾਲਾ ਹਰ ਵਿਅਕਤੀ ਜਿਹੜਾ ਹੈ ਉਹਦਾ ਵਿਸ਼ਵਾਸ ਜਿੱਤਿਆ ਜਾਏ। ਸੋ ਇਸ ਤਰ੍ਹਾਂ ਦੀ ਸੋਚ ਨਾਲ ਅਸੀਂ ਇਹਨਾਂ ਚੋਣਾਂ ਦੇ ਵਿੱਚ ਉਤਰਾਂਗੇ ਔਰ ਮੈਂ ਸਮਝਦਾ ਕਿ ਚੰਗੇ ਦਿੱਖ ਵਾਲੇ ਔਰ ਸਹੀ ਸੇਵਾਦਾਰ ਜੋ ਗੁਰਦੁਆਰਾ ਪ੍ਰਬੰਧ ਵਿੱਚ ਹੋਣੇ ਚਾਹੀਦੇ ਨੇ ਉਹਨਾਂ ਦੀ ਚੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਆਉਂਦੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਦਿੱਲੀ ਦੀ ਉਹਦੇ चोण ਵਿੱਚ जाएगा। कैसे संगत का विश्वास जीतोगे, क्योंकि पिछला जो आपके जो अध्यक्ष थे 6 साल तक मंजीत सिंह जी के रहे हैं, उनके ऊपर एफआईआर हो गई है, साथ साथ जो मौजूदा प्रधान है उनके ऊपर एफआईआर हो गई है। देखो, यही मैं पहले कहा भी ये साडा मैक्सिमम कोशिश होएगी कि सिख समाज का विश्वास जीत्या जाए, सिख समाज की आस्था जी गुरुद्वारा साहिबान विच आ वो कायम रह सके और सिख गुरुद्वारा मैनेजमेंट जी कमेटी आ दिल्ली की ਉਹਨੂੰ ਮਤਲਬ ਸਹੀ ਤਰੀਕੇ ਨਾਲ ਚਲਾਇਆ ਜਾਵੇ ਔਰ ਜਿਹੜੇ ਚੰਗੇ ਲੋਕ ਹੋਣਗੇ, ਚੰਗੇ ਦਿੱਖ ਵਾਲੇ ਲੋਕ ਹੋਣਗੇ ਔਰ ਜਿਨ੍ਹਾਂ ਦਾ ਗੁਰੂ ਘਰਾਂ ਵਿੱਚ ਵਿਸ਼ਵਾਸ ਹੋਏਗਾ ਉਹਨਾਂ ਲੋਕਾਂ ਨੂੰ ਹੀ ਮੌਕਾ ਦਿੱਤਾ ਜਾਏਗਾ ਇਸ ਚੋਣ ਦੇ ਵਿੱਚ। अच्छा, किसानी आंदोलन पिछले 3 महीने से ज़्यादा हो गए हैं, चल रहा है। क्या लगता है कि जो अब टेबल टॉक बंद है सरकार की भी और किसानों की भी, किस तरीके से अब टेबल टॉक शुरू होगी या फिर आगे की क्या रणनीति होगी? अकाली दल किस तरीके से इस रणनीति को बना रहा है? देखो, दो हिस्से ने। श्रोमणी अकाली दल ने फैसला किया कोर कमेटी ने भी ਜਿਹੜੇ ਜਨਤਕ ਇਸ਼ੂ ਨੇ, ਫੌਰੀ ਇਸ਼ੂ ਨੇ, ਜਿਹੜੇ ਸਿੱਧੇ ਤੌਰ ਤੇ ਲੋਕਾਂ ਨੂੰ ਅਫੈਕਟ ਕਰ ਰਹੇ ਨੇ, ਬਲਕਿ ਮੈਂ ਤਾਂ ਇਹ ਵੀ ਕਹਾਂਗਾ ਕਿ ਕਿਸਾਨ ਸੰਘਰਸ਼ ਦਾ ਫਾਇਦਾ ਉਠਾ ਕੇ, ਕਿਸਾਨ ਸੰਘਰਸ਼ ਤੋਂ ਲਾਹਾ ਲੈ ਕੇ ਚੋਰੀ ਛੁਪੇ ਕੇਂਦਰ ਤੇ ਸੂਬਾ ਸਰਕਾਰਾਂ ਨੇ ਲੋਕਾਂ ਦੀਆਂ ਜੇਬਾਂ ਨੂੰ ਲੁੱਟਣਾ ਸ਼ੁਰੂ ਕੀਤਾ। ਤੇਲ ਦੀਆਂ ਕੀਮਤਾਂ ਵਿੱਚ ਹਰ ਰੋਜ਼ ਵਾਧਾ ਹੋ ਰਿਹਾ, ਬਲਕਿ ਸੂਬਾ ਸਰਕਾਰ ਦੇ ਤਾਂ ਟੈਕਸ ਉਸੇ ਅਨੁਪਾਤ ਨਾਲ ਵੱਧ ਰਹੇ ਨੇ ਜਿਸ ਅਨੁਪਾਤ ਨਾਲ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਤੇ ਮਤਲਬ ਸ਼ਰੇਆਮ ਹੀ ਮਤਲਬ ਲੋਕਾਂ ਦੀ ਲੁੱਟਾ ਤੇ ਵੈਟ ਦਾ ਭਾਰ ਲੋਕਾਂ ਦੇ ਜੇਬਾਂ 'ਤੇ ਹੱਦੋਂ ਵੱਧ ਪੈ ਰਿਹਾ। ਅਸੀਂ ਕਹਿੰਦੇ ਹਾਂ ਵੀ ਸੂਬਾ ਸਰਕਾਰ ਪੰਜਾਬ ਦੀ 50% ਕਟੌਤੀ ਜੇ ਵੈਟ 'ਚ ਕਰਦੇ ਤਾਂ ਕੇਂਦਰ ਸਰਕਾਰ 'ਤੇ ਅਸੀਂ ਜ਼ੋਰ ਪਾ ਸਕੀਏ, ਕੇਂਦਰ ਸਰਕਾਰ 'ਤੇ ਅਸੀਂ ਅਸਰ ਪਾ ਸਕੀਏ, ਦਲੀਲ ਦੇ ਸਕੀਏ ਕਿ ਉਹ ਵੀ ਐਕਸਾਈਜ਼ ਡਿਊਟੀ ਵਿੱਚ ਅੱਧ ਕਰੇ, ਕਟੌਤੀ ਕਰੇ 50%, ਤਾਂ ਕਿ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਆਪਣੇ ਖਜ਼ਾਨੇ ਭਰਨ ਲੱਗੀ ਆ ਲੋਕਾਂ ਦੀ ਜੇਬਾਂ ਲੁੱਟ ਕੇ। ਸੋ ਇਹ ਅਹਿਮ ਮਸਲਾ ਹੈ। ਭਾਵੇਂ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਵਿੱਚ ਵਾਧਾ, ਭਾਵੇਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ, ਇਹ ਆਮ ਲੋਕਾਂ ਦੇ ਰਹਿਣ ਸਹਿਣ, ਖਾਣ ਪੀਣ 'ਤੇ ਮਹਿੰਗਾਈ ਨੇ ਲੱਕ ਤੋੜਿਆ ਜਿਹੜਾ ਹੈ, ਇਹ ਅਸਰ ਪਾ ਰਿਹਾ ਔਰ ਇਹਦੇ ਵਿਰੋਧ ਦੇ ਵਿੱਚ ਅਸੀਂ ਜਨਤਕ ਲਾਮਬੰਦੀ ਕਰਨ ਦੀ ਜਨ ਅੰਦੋਲਨ ਸ਼ੁਰੂ ਕਰਨ ਦੀ ਵਿਉਂਤਬੰਦੀ ਬਣਾਈ ਆ ਕਿ 1 ਤਰੀਕ ਨੂੰ ਪੰਜਾਬ ਅਸੈਂਬਲੀ ਦਾ ਘਿਰਾਓ ਕੀਤਾ ਜਾਵੇ। ਇਹਦੇ ਨਾਲ ਹੀ ਹੋਰ ਜਿਹੜੇ ਕਈ ਮਸਲੇ ਨੇ, ਬਿਜਲੀ ਦੀਆਂ ਦਰਾਂ ਵੱਧ ਗਈਆਂ, ਬਿਜਲੀ ਦੇ ਰੇਟ ਵੱਧ ਗਏ, ਹਾਹਾਕਾਰ ਮਚੀ ਹੋਈ ਹੈ, ਬਿੱਲ ਇੰਨੇ ਆ ਰਹੇ ਨੇ ਔਰ ਖ਼ਾਸ ਤੌਰ 'ਤੇ ਮੁਲਾਜ਼ਮ ਵਰਗ 'ਤੇ ਕਟੌਤੀ ਲਾਤੀ, ਉਹਨਾਂ ਦੇ ਸਕੇਲ ਜਿਹੜੇ ਨੇ ਸੈਂਟਰ ਪੈਟਰਨ 'ਤੇ ਕਰਤੇ, ਜਦੋਂ ਕਿ ਪੰਜਾਬ ਦਾ ਰਹਿਣ ਸਹਿਣ, ਪੰਜਾਬ ਦਾ ਸਟੈਂਡਰਡ ਆਫ ਲਿਵਿੰਗ ਦੇਸ਼ ਤੋਂ ਅੱਡ ਆ ਤੇ ਕਿਸੇ ਟਾਈਮ ਪੰਜਾਬ ਦੇ ਮੁਲਾਜ਼ਮਾਂ ਨੂੰ ਵੱਖਰੇ ਸਕੇਲ ਇਸੇ ਕਰਕੇ ਦਿੱਤੇ ਗਏ ਸੀ, ਉਹ ਸੈਂਟਰ ਪੈਟਰਨ ਦੇ ਨਾਲ ਜੋੜਤੇ। ਇਹ ਵੀ ਬੜੀ ਵੱਡੀ ਮੁਲਾਜ਼ਮਾਂ ਦਾ ਨੁਕਸਾਨ ਹੋ ਰਿਹਾ। ਇਸੇ ਤਰ੍ਹਾਂ SCBC ਦੇ ਮਸਲੇ ਨੇ, ਪੋਸਟ ਮੈਟ੍ਰਿਕ ਸਕੋਲਰਸ਼ਿਪ ਆ ਜਿਹੜਾ ਉਹ ਸਰਕਾਰਾਂ ਸੂਬਾ ਸਰਕਾਰ ਛਕੀ ਬੈਠੀ ਆ। ਸੋ ਹੋਰ ਵੀ ਜਿਹੜੇ ਉਹਨਾਂ ਨੂੰ ਭਾਵੇਂ ਰਾਸ਼ਨ ਦੇਣ ਦੀ ਗੱਲ ਆ, ਭਾਵੇਂ ਪੈਨਸ਼ਨਾਂ ਦੀ ਗੱਲ ਆ, ਭਾਵੇਂ ਸਿਹਤ ਸਹੂਲਤਾਂ ਦੀ ਗੱਲ ਆ, ਭਾਵੇਂ ਘਰ ਬਣਾ ਕੇ ਦੇਣ ਦੀ ਗੱਲ ਆ, ਮਤਲਬ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ SCBC ਨੂੰ, ਦਲਿਤ ਵਰਗ ਨੂੰ, ਦਿੱਤੀਆਂ ਨਹੀਂ ਗਈਆਂ। ਇਹ ਸਾਰੇ ਮਸਲੇ ਲੈ ਕੇ ਅਸੀਂ ਇੱਕ ਜਨਤਕ ਮੁਹਿੰਮ ਦੇ ਤੌਰ 'ਤੇ ਸ਼ੁਰੂਆਤ ਕਰਨ ਜਾ ਰਹੇ ਹਾਂ। 1 ਤਰੀਕ ਨੂੰ ਜਿਹੜੀ ਅਸੈਂਬਲੀ ਪੰਜਾਬ ਦੀ ਦਾ ਘਿਰਾਓ ਆ ਔਰ ਇਹਦੇ ਨਾਲ ਕਿਸਾਨ ਸੰਘਰਸ਼ ਨੂੰ ਵੀ ਸ਼ਕਤੀ ਮਿਲੇਗੀ, ਕਿਸਾਨਾਂ ਦੀ, ਆਮ ਲੋਕਾਂ ਦੀ ਜਿਹੜੀ ਲੁੱਟ ਆ ਉਹਨੂੰ ਰੋਕਣ ਲਈ ਵੀ ਇੱਕ ਬੰਨ੍ਹ ਨੂੰ ਬੰਨ੍ਹਿਆ ਜਾਏਗਾ।
क्या ये सिर्फ पंजाब में किया जाएगा या पूरे देश में किया जाएगा? ਸ਼੍ਰੋਮਣੀ ਅਕਾਲੀ ਦਲ ਹਾਲ ਦੀ ਘੜੀ ਪੰਜਾਬ ਦੇ ਵਿੱਚ ਸ਼ੁਰੂ ਕਰਨ ਲੱਗਿਆ ਔਰ ਮੈਂ ਸਮਝਦਾ ਕਿ ਤੇਲ ਦੀਆਂ ਕੀਮਤਾਂ ਦੇ ਵਾਧੇ ਦਾ ਅਸਰ ਤਾਂ ਸਾਰੇ ਦੇਸ਼ ਵਿੱਚ ਆ। ਹੌਲੀ ਹੌਲੀ ਜਿਵੇਂ ਕਿਸਾਨ ਸੰਘਰਸ਼ ਦੇਸ਼ ਵਿਆਪੀ ਸੰਘਰਸ਼ ਬਣਿਆ, ਇਹ ਹੌਲੀ ਹੌਲੀ ਜਿਹੜੇ ਜਨਤਾ ਦੇ ਇਸ਼ੂ ਨੇ ਤਾਜ਼ੇ ਫੌਰੀ, ਇਹ ਵੀ ਮੈਂ ਸਮਝਦਾ ਸਾਰੇ ਦੇਸ਼ ਦੇ ਮਸਲੇ ਬਣਦੇ ਜਾ ਰਹੇ ਨੇ ਔਰ ਇਕੱਠੇ ਤੌਰ ਤੇ ਲੋਕਾਂ ਨੂੰ ਇਹਨਾਂ ਵਿਰੁੱਧ ਵੀ ਉੱਠਣਾ ਪਏਗਾ। सर पिछले एक महीने से जो टेबल टॉक है किसानों की और सरकार की बंद हुई है, चाहे 26 जनवरी के बाद जो इंसिडेंट हुआ, तो क्या लगता है कि सरकार कह रही है कि एक फ़ोन कॉल की दूरी है, किसान कह रहे हैं कि सरकार इनविटेशन दे, तो आखिर बात कैसे बनेगी? ਦੇਖੋ ਭਾਵੇਂ ਪਹਿਲਾਂ ਕੁਝ ਦਿਨਾਂ ਦੇ ਵਿੱਚ 26 ਤਰੀਕ ਤੋਂ ਬਾਅਦ ਸਰਕਾਰ ਨੇ ਹਾਰਡ ਸਟੈਂਡ ਰੱਖਿਆ ਸੀ, ਉਹਨਾਂ ਦਾ ਬੋਲਣਾ ਉਹਨਾਂ ਦੀ ਗੱਲਬਾਤ ਤੋਂ ਲੱਗ ਰਿਹਾ ਸੀ ਸਰਕਾਰ ਦੀ ਸਖਤੀ ਦੇ ਸੰਕੇਤ ਆ ਰਹੇ ਸੀ, ਪਰ ਅੱਜ ਦਾ ਕੱਲ੍ਹ ਦੇ ਵਿੱਚ ਬੋਲੀ ਕੁਝ ਬਦਲੀ ਆ ਔਰ ਜਦੋਂ ਦਾ ਪਾਰਲੀਮੈਂਟ ਨੂੰ ਘਿਰਾਓ ਕਰਨ ਦੀ ਚੇਤਾਵਨੀ ਟਕੈਤ ਸਾਹਿਬ ਵੱਲੋਂ ਆਈ ਆ, ਉਹਦੇ ਨਾਲ ਵੀ ਕੁਝ ਮੇਰਾ ਖਿਆਲ ਆ ਵੀ ਸਰਕਾਰ ਦੀ ਬੋਲੀ 'ਚ ਮੋੜਾ ਪਿਆ ਔਰ ਇੱਕ ਗੱਲ ਦਾ ਅਹਿਸਾਸ ਸਰਕਾਰ ਨੂੰ ਜ਼ਰੂਰ ਹੋ ਗਿਆ ਹੋਣਾ ਕਿ ਜਿਹੜੀ ਕਿਸਾਨ ਜਥੇਬੰਦੀਆਂ ਨੇ, ਕਿਸਾਨਾਂ ਨੇ ਜੋ ਨਿਸ਼ਚੈ ਕੀਤਾ ਇਹ ਕਾਨੂੰਨਾਂ ਨੂੰ ਸਮਾਪਤ ਕਰਾ ਕੇ ਹੀ ਘਰਾਂ ਨੂੰ ਮੁੜਨ ਦਾ, ਉਹ 'ਤੇ ਪਿੱਛੇ ਨਹੀਂ ਹਟਣਗੇ ਕਿਸਾਨ, ਅਤੇ ਸਰਕਾਰ ਨੂੰ ਇਹ ਤੈਅ ਕਰਕੇ ਹੀ ਗੱਲਬਾਤ ਦਾ ਸੱਦਾ ਦੇਣਾ ਚਾਹੀਦਾ ਤਾਂ ਕਿ ਗੱਲਬਾਤ ਲਈ ਨਾ ਹੋਵੇ, ਗੱਲਬਾਤ ਮਸਲੇ ਦੇ ਹੱਲ ਲਈ ਹੋਵੇ। ਅੱਜ ਤੱਕ ਹੋਇਆ ਇਹ ਆ ਵੀ ਗੱਲਬਾਤ ਕੇਵਲ ਗੱਲਬਾਤਾਂ ਲਈ ਹੁੰਦੀ ਸੀ, ਗੱਲਬਾਤ ਕੇਵਲ ਇੱਕ ਜਿਵੇਂ ਲਟਕਾਉਣ ਲਈ, ਲਮਕਾਉਣ ਲਈ, ਇੱਕ ਸਮਾਂ ਲੈਣ ਲਈ ਕੋਈ ਇਸ ਤਰ੍ਹਾਂ ਦਾ ਪ੍ਰਭਾਵ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ, ਪਰ ਹੁਣ ਜਿਹੜੀ ਗੱਲਬਾਤ ਹੋਣੀ ਆ ਉਹ ਗੱਲਬਾਤ ਲਈ ਨਹੀਂ ਹੋਏਗੀ, ਹੁਣ ਇਹ ਗੱਲਬਾਤ ਮਸਲੇ ਦਾ ਹੱਲ ਕਰਨ ਲਈ ਹੋਏਗੀ। ਇਸ ਤਰ੍ਹਾਂ ਹੀ ਕਿਸਾਨ ਜਿਹੜੇ ਨੇ, ਕਿਸਾਨ ਆਗੂ ਜਿਹੜੇ ਨੇ ਉਹ ਗੱਲਬਾਤ ਦੇ ਟੇਬਲ 'ਤੇ ਆਉਣਗੇ ਔਰ ਸਰਕਾਰ ਨੂੰ ਵੀ ਮੇਰਾ ਖਿਆਲ ਆ ਹੁਣ ਇਸ ਗੱਲ ਦਾ ਨਿਸ਼ਚੈ ਹੋ ਗਿਆ ਹੋਣਾ, ਇਸ ਗੱਲ ਦਾ ਅਹਿਸਾਸ ਹੋ ਗਿਆ ਹੋਣਾ ਕਿ ਹੁਣ ਗੱਲਾਂ ਬਾਤਾਂ ਨਾਲ ਨਹੀਂ ਟਾਲਿਆ ਜਾਏਗਾ, ਹੁਣ कुछ करना ही पैना मसले का हल। लेकिन सर आपने राकेश टिकैत की बात करी है, राकेश टिकैत का कल एक बयान सामने आया है कि 40 लाख ट्रैक्टर जो है वो दिल्ली आएंगे और दिल्ली जाकर इंडिया गेट पर जो है खेती करेंगे और साथ ही साथ पार्लियामेंट पर तिरंगा झंडा लहराएंगे। इस बयान को कैसे देख रहा है अकाली दल? देखो बयानबाजी तो जो किसान आगू लोगों को मतलब तैयार करना होंदा वो कुदरती तौर पर उस हिसाब ਨਾਲ बयानबाजी करनी होंदी है, पर एक गल जरूर आ ਉਹਨਾਂ ਦੇ ਬਿਆਨ ਤੋਂ ਕਿ ਉਹਨਾਂ ਦਾ ਬਿਆਨ ਤੋਂ ਮਤਲਬ ਇਹ ਹੀ ਆ ਕਿ ਕਿਸਾਨ ਜਿਹੜੇ ਨੇ ਹੁਣ ਚੁੱਪ ਕਰਕੇ ਨਹੀਂ ਬੈਠਣਗੇ, ਕਿਸਾਨ ਜਿਹੜੇ ਨੇ ਹੁਣ ਬਹੁਤੀ ਦੇਰ ਸਰਕਾਰ ਦੀਆਂ ਇਹ ਮੰਮੋ ਠੱਗੀਆਂ ਗੱਲਾਂ 'ਚ ਨਹੀਂ ਆਉਣਗੇ, ਕਿਸਾਨ ਹੁਣ ਸਰਕਾਰ ਤੋਂ ਪੂਰੀ ਆਸ ਤੇ ਉਮੀਦ ਕਰਕੇ ਤੈਅ ਕਰਨਗੇ ਕਿ ਗੱਲਬਾਤ ਦਾ ਨਿਪਟਾਰਾ ਹੋਵੇ। ਸੋ ਸਰਕਾਰ ਨੂੰ ਵੀ ਮੈਂ ਸਮਝਦਾ ਹੁਣ ਇਸ ਗੱਲ ਦਾ ਬਾਰ-ਬਾਰ ਇਮਤਿਹਾਨ ਨਹੀਂ ਲੈਣੇ ਚਾਹੀਦੇ, ਬਾਰ-ਬਾਰ ਸਬਰ ਦਾ ਇਮਤਿਹਾਨ ਲੈਣਾ ਕਿਸੇ ਸਰਕਾਰ ਲਈ ਜਾਂ ਦੇਸ਼ ਲਈ ਉਚਿਤ ਨਹੀਂ ਹੁੰਦਾ। ਸੋ ਸਰਕਾਰ ਨੂੰ ਇਹ ਕੰਮ ਦਾ ਨਿਪਟਾਰਾ ਕਰਨਾ ही बेहतर रहेगा। अच्छा सर, मेरा आखिरी सवाल ये है कि जिस तरीके से सरकार अब कह रही है कि जो फसल का पैसा होता था वो अब सीधे अकाउंट में डाला जाएगा, ना कि आड़तियों को दिया जाएगा, जिससे कि आड़ती अब विरोध की तैयारी जो है कर रहे हैं, क्या लगता है कि इससे करप्शन जो है वो घट जाएगा? देखो काफ़ी देर दी चर्चा है, अज नहीं, ये कई सालों तो चर्चा चल रही है और कई सरकारां ने तो इनू लागू भी करता। हरियाणे भी तो काफ़ी हद तक 80% के करीब लागू होया वा, पंजाब दे विच भी 30-40% लागू होया, तो पंजाब दे विच इनू ऑप्शनल रखता था भी किसान चाहे सीधी अदायगी ले ले चाहे आड़ती के थ्रू ले ले। हरियाणे दे विच एक किस्म का कंपलसरी करता सी भी सीधी अदायगी ही होएगी। सो मेरा ख्याल आ भी देश भर दे विच ये जिहड़ी सीधी अदायगी दी प्रपोजल आ वो एक दिन लागू होएगी और इहदे च कई किसान इनू ठीक समझते ने, पर आड़ती जिहड़ा है वो इनू ठीक नहीं समझदा, क्योंकि आड़ती दा अलग निकलना मतलब एक किस्म का जिवें कहने भी विचकार कोई बंदा ना होवे तां फिर कई बार खुआरियां भी हो सकदियां ने। नवी प्रपोजल है, ਇਹਦੇ ਨਾਲ ਕੀ ਸਿੱਟੇ ਨਿਕਲਣਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਜਿਹੜੀ ਸਿੱਧੀ ਅਦਾਇਗੀ ਜਿਹੜੀ ਆ ਇਹਦੇ ਬਾਰੇ ਕਿਸਾਨ ਤੇ ਆੜਤੀ ਮਿਲ ਕੇ ਐਮੀਕੇਬਲੀ ਕੋਈ मतलब राह कढ़ण वो ज़्यादा उचित होएगा। तो बिल्कुल ये थे शिरोमणि अकाली दल के वरिष्ठ नेता प्रेम सिंह चंदूमाजरा, जिन्होंने नवोदय टाइम्स पंजाब केसरी से खास बातचीत की। दिल्ली से कमल कुमार कंसल, नवोदय टाइम्स पंजाब केसरी टीवी।